ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਪ੍ਰੋਗਰਾਮ ਅਖਬਾਰਨਾਮਾ ਵੇਕਅਪ ਕਾਲ ਲੈ ਕੇ ਮੈਂ ਜਤਿੰਦਰ ਸਿੰਘ ਖਹਿਰਾ ਹਾਜ਼ਰ ਹਾਂ। ਸੋ ਚੱਲਦੇ ਹਾਂ ਜੀ ਅਮਰੀਕਾ ਦੀਆਂ ਅਖਬਾਰਾਂ ਵੱਲ ਔਰ ਸਭ ਤੋਂ ਪਹਿਲਾਂ ਯੂਐਸ ਟੁਡੇ। ਔਰ ਯੂਐਸ ਟੁਡੇ ਨੇ ਜਿਹੜੀ ਅੱਜ ਹੈਡਲਾਈਨ ਬਣਾਈ ਹੈ ਉਹ ਟਰੰਪ ਦੀ ਕਿਸਮਤ ਨੂੰ ਲੈ ਕੇ ਬਣਾਈ ਹੈ। ਲਿਖ ਰਹੇ थे ਕਿ ਟਰੰਪਸ ਫੇਟ ਹੈਂਗਸ ਓਵਰ ਅਟਾਰਨੀ ਜਨਰਲਸ ਨੋਮੀਨੀ ਮੈਰਿਕ ਗਾਰਲੈਂਡਸ ਕਨਫਰਮੇਸ਼ਨ ਹੀਅਰਿੰਗ। ਵੈਲ ਇਸ ਖਬਰ ਨੂੰ ਜੇ ਡਿਟੇਲ ਨਾਲ ਪੜ੍ਹਿਆ ਜਾਵੇ ਤਾਂ ਲਿਖਿਆ ਹੈ when Merrick Garland accepted President Joe Biden's nomination to serve as an Attorney General, the federal appeal court judge said he looked forward to a homecoming at Justice Department where he began in the Carter administrations. Any celebrations marking his return to main justice 24 years after departing from a federal bench could be a short light. ਇੱਕ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਮੌਕਾ ਹੋ ਸਕਦਾ ਹੈ। ਮੈਂ ਪਹਿਲਾਂ ਵੀ ਕਿਹਾ ਸੀ ਕਿ ਜੋ ਬਾਈਡਨ ਜਿਹੜੇ ਨੇ ਉਹ ਇੱਕ ਅਨੁਭਵੀ ਨੇ, ਉਹਨਾਂ ਦਾ ਪੋਲੀਟਿਕਸ ਨੂੰ ਲੈ ਕੇ ਜਾਂ ਐਕਸਟਰਨਲ ਮਿਨਿਸਟਰੀ ਨੂੰ ਲੈ ਕੇ ਵੀ ਬਹੁਤ ਵੱਡਾ ਅਨੁਭਵ ਹੈ। ਸੋ ਉਹਨਾਂ ਦੇ ਡਿਸੀਜ਼ਨ ਜਿਹੜੇ ਨੇ ਉਹ ਬੜੇ ਹੀ ਗਿਣੇ ਤੇ ਮਿੱਥੇ ਹੁੰਦੇ ਨੇ, ਕਹਿ ਲਓ ਕਿ ਪ੍ਰੀ ਥਿੰਕਿੰਗ ਹੁੰਦੇ ਨੇ, ਜਾਂ ਫਿਰ ਇਹ ਕਹਿ ਲਓ ਕਿ ਉਹਨਾਂ ਦੇ ਉੱਤੇ ਵਿਚਾਰ ਹੋਇਆ ਜਾਂਦਾ ਹੈ। ਜਦੋਂ ਟਰੰਪ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਟਰੰਪ ਸਾਹਿਬ ਜਦੋਂ ਇਹ ਕਹਿ ਲਓ ਕਿ ਮੇਨ ਸਟ੍ਰੀਮ ਦੇ ਵਿੱਚ ਸੀ, ਪਾਵਰ ਦੇ ਵਿੱਚ ਸੀਗੇ, ਤਾਂ ਉਹਨਾਂ ਦੇ ਡਿਸੀਜ਼ਨ ਜਿਹੜੇ ਸੀ ਸਾਨੂੰ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਉਹ ਡਿਸੀਜ਼ਨ ਨੇ ਜਿਹੜੇ ਸਹੀ ਤਰੀਕੇ ਦੇ ਨਾਲ ਨਹੀਂ ਲੈ ਗਏ। ਇਹਨਾਂ ਤੋਂ ਪਹਿਲਾਂ ਕੁਝ ਸੋਚਿਆ ਨਹੀਂ ਗਿਆ, ਜਸਟਿਸ ਨਹੀਂ ਕੀਤਾ ਗਿਆ, ਇਸ ਤਰੀਕੇ ਦਾ। ਸੋ ਇੱਕ ਬਹੁਤ ਵੱਡਾ ਡਿਸੀਜ਼ਨ ਹੈ ਔਰ ਲੈਟਸ ਸੀ ਕਿ ਇਹਨੂੰ ਕਿਵੇਂ ਦੇਖੀਦੀ ਹੈ ਅਮਰੀਕਾ ਦੀ ਜਨਤਾ। ਇਸ ਤੋਂ ਇਲਾਵਾ ਯੂਐਸ ਟੁਡੇ ਦੀ ਗੱਲ ਕੀਤੀ ਜਾਵੇ ਤਾਂ ਹੋਰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਉਹ ਹੈਡਲਾਈਨ ਦੇ ਵਿੱਚ ਨੇ। ਸਭ ਤੋਂ ਪਹਿਲਾਂ FAA ਆਰਡਰਸ ਯੂਨਾਈਟਿਡ ਟੂ ਇੰਸਪੈਕਟ ਬੋਇੰਗ 777 ਆਫਟਰ ਇੰਜਨ ਫੇਲੀਅਰ ਡੈਰਬੇਜ਼ ਡ੍ਰੌਪ ਓਵਰ ਕੋਲੋਰਾਡੋ। ਅਮਰੀਕਾ ਦਾ ਇੱਕ ਜਿਹੜਾ ਸੀ 777 ਜਿਹੜਾ ਸੀ ਏਅਰ ਜੈਟ ਸੀਗਾ ਉਹ ਕ੍ਰੈਸ਼ ਹੋ ਗਿਆ। ਉਸ ਨੂੰ ਲੈ ਕੇ ਹੁਣ ਇਨਕੁਆਇਰੀ ਬਿਠਾਈ ਗਈ ਹੈ। ਇਸ ਇਨਕੁਆਇਰੀ ਨੂੰ ਲੈ ਕੇ ਲਿਖਿਆ ਹੈ ਕਿ ਫੈਡਰਲ ਐਵੀਏਸ਼ਨ ਰੈਗੂਲੇਟਰ ਔਰ ਆਰਡਰਿੰਗ ਯੂਨਾਈਟਿਡ ਏਅਰਲਾਈਨ ਟੂ ਸਟੈਪ up inspection of all Boeing 777's equipment with type of engine that suffered a catastrophic failure over Denver Saturday. United States it is temporarily removing those aircraft from service. News ਜੋ ਆ ਰਹੀਆਂ ਸੀ ਉਹਦੇ ਵਿੱਚੋਂ ਪਤਾ ਲੱਗਿਆ ਸੀ ਕਿ ਇੱਕ ਤਰੀਕੇ ਦੇ ਨਾਲ ਇਹ ਕਹਿ ਲਓ ਕਿ ਕੋਈ ਇੱਕ ਪੁਰਜਾ ਫੇਲ ਹੋ ਗਿਆ ਔਰ ਉਸ ਨੂੰ ਅਚਾਨਕ ਅੱਗ ਲੱਗ ਗਈ। ਸੋ ਇਸ ਤੋਂ ਬਾਅਦ ਬੋਇੰਗ 777 ਦਾ ਜਿਹੜਾ ਸਾਰੇ ਇਕਵਿਪਮੈਂਟ ਸੀ ਉਹਨਾਂ ਨੂੰ ਜਿਹਨਾਂ ਦੇ ਕਰਕੇ ਅੱਗ ਲੱਗੀ ਸੀ ਉਹਨੂੰ ਇਹ ਵੀ ਕੰਪਨੀ ਨੇ ਕਿਹਾ ਸੀ ਕਿ ਅਸੀਂ ਪਰਮਾਨੈਂਟਲੀ ਹਟਾ ਦਿੱਤੇ ਨੇ। ਫਿਲਹਾਲ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਇਨਕੁਆਇਰੀ ਬਿਠਾਈ ਜਾਵੇ ਔਰ ਇਹਨਾਂ ਨੂੰ ਦੁਬਾਰਾ ਤੋਂ ਰੀਚੈੱਕ ਕਰਕੇ ਕੰਟੀਨਿਊ ਵਿੱਚ ਲਿਆਂਦਾ ਜਾਵੇ, ਅਦਰਵਾਈਜ਼ ਇਹਨਾਂ ਨੂੰ ਡਿਸਕੰਟੀਨਿਊ ਕੀਤਾ ਜਾਵੇ। ਇਹ ਖਬਰਾਂ ਨੇ। ਇਸ ਤੋਂ ਇਲਾਵਾ ਇਸ ਖਬਰ ਦੇ ਵਿੱਚ ਡਿਟੇਲ ਦਿੱਤੀ ਹੋਈ ਹੈ ਦ ਅਨਾਊਂਸਮੈਂਟਸ ਕੇਮ ਆਫਟਰ ਯੂਨਾਈਟਿਡ ਏਅਰ ਫਲਾਈਟ 328 had to make an emergency landing at Denver International Airport after its right engine blew apart just after takeoff. Pieces of casing of engine PW4000 rained down on suburban neighborhood. ਸੋ ਇੱਕ ਤਰੀਕੇ ਦੇ ਨਾਲ ਇਹ ਉਹ ਚੀਜ਼ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਰਿਸਕ ਨਹੀਂ ਰੱਖ ਸਕਦੇ, ਰਿਸਕ ਲੈ ਨਹੀਂ ਸਕਦੇ ਇੰਨੀਆਂ ਵੱਡੀਆਂ ਲਾਈਫਸ 'ਤੇ। ਔਰ ਇਹ ਇੱਕ ਬਹੁਤ ਵੱਡਾ ਡਿਸੀਜ਼ਨ ਹੈ ਕਿ ਵਿਦਆਊਟ ਟੇਕਿੰਗ ਰਿਸਕ ਅਸੀਂ ਚਾਹੁੰਦੇ ਹਾਂ ਕਿ ਆਹ ਚੀਜ਼ ਜਿਹੜੀ ਅਸੀਂ ਕਹਿ ਰਹੇ ਹਾਂ ਉਹ ਪ੍ਰੋਪਰ ਹਿੱਟ ਹੋ ਜਾਏ। ਕਿਸੇ ਵੀ ਲਾਈਫ ਨੂੰ ਜਿਹੜਾ ਅਸੀਂ ਐ ਨਹੀਂ ਪਾ ਸਕਦੇ। ਜਦੋਂ ਅਸੀਂ ਅਮਰੀਕਾ ਜਾਂ ਕੈਨੇਡਾ ਜਾਂ ਡਿਵੈਲਪ ਕੰਟਰੀਜ਼ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਕੋਲ ਸਭ ਤੋਂ ਵੱਡੀ ਕਮਿਊਨਿਟੀ ਜਿਹੜੀ ਹੈ ਉਹਨਾਂ ਦੀ ਆਵਾਮ ਹੈ, ਉਹਨਾਂ ਦੇ ਲੋਕ ਨੇ, ਔਰ ਉੱਥੇ ਹਰ ਇੱਕ ਲਾਈਫ ਜਿਹੜੀ ਹੈ ਉਹ ਮੈਟਰ ਕਰਦੀ ਹੈ, ਇੱਕ ਚੰਗੇ ਪੁਆਇੰਟ ਆਫ ਵਿਊ ਪਰਸਪੈਕਟਿਵ 'ਚ ਮੈਟਰ ਕਰਦੀ ਹੈ। ਸੋ ਮੈਨੂੰ ਲੱਗਦਾ ਕਿ ਇਹ ਇੱਕ ਅਜਿਹਾ ਡਿਸੀਜ਼ਨ ਹੈ ਜਿਹਦਾ ਹਰ ਕਿਸੇ ਨੂੰ ਸਵਾਗਤ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਦੇਖਦੇ ਹਾਂ ਕਿ ਯੂਐਸ ਟੁਡੇ ਨੇ ਹੋਰ ਕਿਹੜੀਆਂ ਹੈਡਲਾਈਨ ਜਿਹੜੀਆਂ ਨੇ ਉਹ ਬਣਾਈਆਂ ਨੇ। ਅਗਲੀ ਹੈਡਲਾਈਨ ਜਿਹੜੀ ਹੈ GOP ਨੂੰ ਲੈ ਕੇ ਬਣਾਈ ਹੈ। ਲਿਖਿਆ ਹੈ ਐਕਸਕਲੂਸਿਵ ਡਿਫੀਟਿਡ ਐਂਡ ਇੰਪੀਚਮੈਂਟ ਟਰੰਪ ਸਟਿਲ ਕਮਾਂਡਸ ਦ ਲਾਇਲਟੀ ਆਫ GOP ਵੋਟਰਸ। ਵੈਲ ਇਸ ਖਬਰ ਨੂੰ ਐਕਸਪ੍ਰੈਸ ਕਰਨ ਤੋਂ ਪਹਿਲਾਂ, ਇਸ ਖਬਰ ਨੂੰ ਡਿਟੇਲ ਕਰਨ ਤੋਂ ਪਹਿਲਾਂ ਇਹਦੇ ਉੱਤੇ ਜੋ ਲਿਖਿਆ ਹੈ ਉਹ ਪੜ੍ਹਨਾ ਬਹੁਤ ਜ਼ਰੂਰੀ ਹੈ। ਇਫ ਦੇਰ ਇਜ਼ ਸਿਵਲ ਵਾਰ ਇਨ ਅ ਰਿਪਬਲਿਕਨ ਪਾਰਟੀ ਦ ਵੋਟਰ ਹੂ ਬੈਕ ਡੋਨਾਲਡ ਟਰੰਪ ਇਨ ਨਵੰਬਰ elections are ready to choose sides behind Trump. An exclusive Stockfork University's poll finds Trump supporter largely unshaken after his second impeachment trial in a Senate, this time on charge of inciting an insurrection in the deadly assault on Capitol Jan 6. By double digits, 46% to 27%, those surveyed says they would abandon the GOP and join the Trump party if the former president decide to create one. The rest are undecided. मैं उस दिन भी गल कर रहा ਸੀ कि बहुत ਵੱਡਾ ਜਿਹੜਾ ਇੱਕ ਪਾਰਟੀ ਦੇ ਲਈ ਇੱਕ ਬਹੁਤ ਵੱਡੇ ਲੋਕਾਂ ਦਾ ਸਰਮਾਇਆ ਜਿਹੜਾ ਹੈ, ਸਪੋਰਟ ਜਿਹੜੀ ਹੈ ਉਹ ਵੀ ਟਰੰਪ ਦੇ ਹੱਕ ਵਿੱਚ ਬੋਲ ਰਹੀ ਹੈ। ਸੋ ਜਦੋਂ ਅਸੀਂ ਟਰੰਪ ਦੀ ਗੱਲ ਕਰ ਰਹੇ ਹਾਂ ਤੇ ਟਰੰਪ ਉਹ ਬੰਦਾ ਹੈ ਜਿਹਨੇ ਲਗਾਤਾਰ ਇੱਕ ਪਾਰਟਿਕੂਲਰ ਡਿਸੀਜ਼ਨ ਮੇਕਿੰਗ ਕੀਤੀ ਹੈ ਔਰ ਉਸਨੇ ਪਾਰਟੀ ਨੂੰ ਵੀ ਕਹਿ ਲਓ ਕਿ ਹਾਈਜੈਕ ਕਰ ਲਿਆ ਹੈ ਔਰ ਉਸਦੇ ਡਿਸੀਜ਼ਨ ਜਿਹੜੇ ਨੇ ਉਹ ਪਾਰਟੀ ਦੇ ਉੱਤੇ ਲਗਾਤਾਰ ਹਾਵੀ ਹੋ ਰਹੇ ਨੇ। ਸੋ ਇਸ ਤੋਂ ਬਾਅਦ ਅਸੀਂ ਕਹਿ ਲਈਏ ਕਿ ਜਿਹੜੇ ਉਹ ਲੋਕ ਜਿਹੜੇ ਕਿ ਇੱਕ ਸ਼ਾਨਦਾਰ
ਦਿਮਾਗ ਵਾਲੇ ਹਨ, ਜਿਹੜੇ ਕਿ ਬੋਲ ਸਕਦੇ ਹਨ, ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਉਹ ਪਾਰਟੀ ਨਹੀਂ ਹੈ, ਉਹ ਰਿਪਬਲਿਕਨ ਪਾਰਟੀ ਨਹੀਂ ਹੈ ਜਿਹੜੀ ਪਾਰਟੀ ਜਿਸ ਆਈਡੀਓਲੋਜੀ 'ਤੇ ਕੰਮ ਕਰਦੀ ਸੀ ਅਸੀਂ ਉਸ ਨੂੰ ਜੁਆਇਨ ਕੀਤਾ ਸੀ। ਹੁਣ ਖਬਰਾਂ ਆ ਰਹੀਆਂ ਨੇ ਕਿ ਟਰੰਪ ਸਾਹਿਬ ਆਪਣੀ ਨਵੀਂ ਪਾਰਟੀ ਫਾਰਮ ਕਰਨਾ ਚਾਹੁੰਦੇ ਨੇ। ਸੋ ਇਸ ਪਾਰਟੀ ਦੇ ਅੱਗੇ ਇੱਕ ਵੱਡਾ ਸਵਾਲ ਇਹ ਹੈ ਕਿ ਰਿਪਬਲਿਕਨ ਤੋਂ ਕਿਹੜੇ-ਕਿਹੜੇ ਲੋਕ ਜਾਣਗੇ। ਇੱਕ ਵਿੱਚ ਜਿਹੜੀ ਇੱਕ ਸਰਵੇ ਹੋ ਰਿਹਾ ਉਹ 'ਚ ਕਹਿ ਰਿਹਾ ਕਿ 46 to 27% ਜਿਹੜੇ ਲੋਕ ਨੇ ਅਜੇ ਵੀ ਟਰੰਪ ਸਾਹਿਬ ਦੇ ਨਾਲ ਜਾ ਸਕਦੇ ਨੇ। ਤੋ ਇੱਕ ਤਰੀਕੇ ਦੇ ਨਾਲ ਇਹ ਵੀ ਗੱਲ ਹੈ ਕਿ ਟਰੰਪ ਸਾਹਿਬ ਦਾ ਇੱਕ ਔਰਾ ਹੈ ਉਹਨੇ ਬਹੁਤ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ 50 ਔਰ 51 ਦੀ, ਤਾਂ ਇੱਕ ਬਹੁਤ ਵੱਡਾ ਨੰਬਰ ਹੈ, ਬਹੁਤ ਵੱਡੇ ਵੋਟਰਸ ਨੇ ਜਿਹੜੇ ਟਰੰਪ ਦੀ ਸਾਈਡ ਦੇ ਉੱਤੇ ਉਹਨਾਂ ਨੇ ਵੋਟ ਕੀਤਾ। ਔਰ ਜਦੋਂ ਇੰਪੀਚਮੈਂਟ ਦੇ ਸੈਕਿੰਡ ਟਰਾਇਲ ਦੀ ਗੱਲ ਕਰਦੇ ਹਾਂ ਤਾਂ ਬਹੁਤਾਤ ਰਿਪਬਲਿਕਨ ਜਿਹੜੇ ਨੇ ਉਹਨਾਂ ਦੇ ਹੱਕ ਵਿੱਚ ਭੁਗਤੇ ਨੇ। ਮੈਂ ਬਹੁਤ ਵਾਰ ਗੱਲ ਕਰ ਚੁੱਕਾ ਕਿ ਹੁਣ ਉਹਨਾਂ ਨੇ ਪਾਰਟੀ ਹਾਈਜੈਕ ਤੇ ਕਰ ਲਈ ਹੈ ਔਰ ਇਸ ਕਰਕੇ ਸ਼ਾਇਦ ਪਾਰਟੀ ਦੇ ਵਿੱਚ ਇੱਕ ਸਿਵਲ ਵਾਰ ਜਿਹੜੀ ਹੈ ਉਹ ਛਿੜ ਗਈ ਹੈ। ਪਾਰਟੀ ਜਿਹੜੀ ਹੈ ਲਗਾਤਾਰ ਡਿਸੀਜਨ ਮੇਕਿੰਗ ਨੂੰ ਲੈ ਕੇ ਖਿੱਚਤਣੀ ਵਾਲੀ ਜਿਹੜੀ ਐਸੋਸੀਏਸ਼ਨ ਹੈ ਉਹ ਕਰ ਰਹੀ ਹੈ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਇਸ ਖਬਰ ਦੇ ਵਿੱਚ ਡਿਟੇਲ ਹੈ ਕਿ ਵੀ ਫੀਲ ਲਾਈਕ ਰਿਪਬਲਿਕਨ ਡੋਂਟ ਫਾਈਟ ਇਨਫ ਫॉर ਅਸ ਐਂਡ ਵੀ ਆਲ ਸੀ ਡੋਨਾਲਡ ਟਰੰਪ ਫਾਈਟਿੰਗ ਫॉर ਅਸ ਐਜ਼ ਹਾਰਡ ਐਜ਼ ਹੀ ਕੈਨ। Every single day, Brendan Khaled, 27, a Republican and small business owner from Milwaukee, says in an interview after being polled. ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਪਾਰਟੀ ਜਿਹੜੀ ਹੈ ਹੁਣ ਉਹਨਾਂ ਦੇ ਹੱਕ ਵਿੱਚ ਕੰਮ ਨਹੀਂ ਕਰ ਰਹੀ, ਸਗੋਂ ਕਿ ਟਰੰਪ ਸਾਹਿਬ ਜਿਹੜੇ ਕਿ ਪਾਰਟੀ ਜਿਹੜੀ ਹੈ ਉਹਦੇ ਹੈੱਡ ਰਹਿਣਾ ਚਾਹੁੰਦੇ ਨੇ, ਉਹ ਲਗਾਤਾਰ ਸਾਡੇ ਲਈ ਕੰਮ ਕਰ ਰਹੇ ਨੇ। ਸੋ ਇੱਕ ਤਰੀਕੇ ਨਾਲ ਐਵੀਡੈਂਟ ਹੋ ਗਿਆ, ਕਲੀਅਰ ਹੋ ਗਿਆ ਕਿ ਪਾਰਟੀ ਦੇ ਵਿੱਚ ਵੀ ਖਿੱਚਤਾਣ ਹੈ ਔਰ ਟਰੰਪ ਸਾਹਿਬ ਨਵੇਂ ਆਪਸ਼ਨਸ ਦੇਖ ਰਹੇ ਨੇ, ਨਵੀਂ ਪਾਰਟੀ ਬਣਾਉਣ ਦੇਖ ਰਹੇ ਨੇ। ਇਹ ਸੀ ਯੂਐਸ ਟੂਡੇ ਦੀ ਜਿਹੜੀ ਹੈਡਲਾਈਨ ਹੈ ਔਰ ਜਿਹੜੀ ਕਿ ਬਹੁਤ ਇੰਪੋਰਟੈਂਟ ਹੈਡਲਾਈਨ ਹੈ। ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੀਆਂ ਹੋਰ ਹੈਡਲਾਈਨ ਜਿਹੜੀਆਂ ਨੇ ਇਹਨਾਂ ਨੇ ਬਣਾਈਆਂ ਹੋਈਆਂ ਨੇ। ਟੈਕਸਸ ਨੂੰ ਲੈ ਕੇ ਇਹਨਾਂ ਨੇ ਹੈਡਲਾਈਨ ਬਣਾਈਆਂ, ਲਿਖਿਆ ਹੈ ਕਿ ਟੈਕਸਸ ਬਿਗਨਸ ਰਿਕਵਰੀ ਆਫਟਰ ਫੋਰਸੇਬਲ ਐਂਡ ਪ੍ਰੀਵੈਂਟੇਬਲ ਪਾਵਰ ਡਿਜ਼ਾਸਟਰ। ਇਹ ਇੱਕ ਤਰੀਕੇ ਦੇ ਨਾਲ ਬਹੁਤ ਵੱਡੀ ਖਬਰ ਹੈ ਔਰ ਇਸ ਖਬਰ ਨੂੰ ਜੇ ਡਿਟੇਲ ਦੇ ਨਾਲ ਦੇਖਿਆ ਜਾਵੇ ਤਾਂ ਲਿਖਿਆ ਹੈ ਹਸਟਨ ਮੇਅਰ ਕਾਲਸ ਪਾਵਰ ਡਿਜ਼ਾਸਟਰ ਫੋਰਸੀਬਲ ਐਂਡ ਪ੍ਰੀਵੈਂਟੇਬਲ ਐਜ਼ ਟੈਕਸਸ ਵਾਰਮਸ ਅਪ ਆਫਟਰ ਹਿਸਟੋਰਿਕ ਸਟੋਰਮਸ। ਇੱਕ ਬਹੁਤ ਵੱਡਾ, ਮੈਂ ਉਸ ਦਿਨ ਵੀ ਕਹਿ ਰਿਹਾ ਸੀ ਕਿ ਬਹੁਤ ਵੱਡੀ ਜਿਹੜੀ ਸੀਗੀ ਸਿਚੁਏਸ਼ਨ ਸੀਗੀ, ਇਹ ਯੂਜੂਅਲ ਸਿਚੁਏਸ਼ਨ ਨਹੀਂ ਹੈ, ਆਮ ਹਾਲਾਤ ਨਹੀਂ ਸੀਗੇ, ਇਹ ਇੱਕ ਤਰੀਕੇ ਦੇ ਨਾਲ ਖਾਸ ਹਾਲਾਤ ਸੀਗੇ। ਸ਼ਾਇਦ ਟੈਕਸਸ ਵੀ ਇਹਨਾਂ ਦੇ ਲਈ ਤਿਆਰ ਨਹੀਂ ਸੀ, ਅਮਰੀਕਾ ਦੇ ਨਾਲ ਤਿਆਰ ਨਹੀਂ ਸੀਗਾ ਔਰ ਇਸ ਕਰਕੇ ਇੱਕ ਬਹੁਤ ਵੱਡਾ ਪਾਵਰ ਕੱਟ ਜਿਹਨੂੰ ਪਾਵਰ ਡਿਜ਼ਾਸਟਰ ਕਹਿੰਦੇ ਸੀ ਉਹ ਸਾਹਮਣਾ ਕਰਨਾ ਪਿਆ। ਟੈਕਸਸ rolled out in full-blown recovery mode Sunday after a winter storm that at its powerful peak left more than 4 million in a dark and almost half the state 29 million people under boil water advisories. More than 70 deaths have been linked to the intense cold and damaging storm that swept through the wide swath of national last week. ਟੈਕਸਸ ਦੇ ਵਿੱਚ ਜੋ ਹੋਇਆ ਉਹ ਪੂਰੀ ਦੁਨੀਆ ਉਸ ਦੀ ਗਵਾਹ ਹੈ, ਕਿਉਂਕਿ ਬਹੁਤ ਸਾਰੇ ਲੋਕ ਇੱਦਾਂ ਦੇ ਸੀ ਜਿਹੜੇ ਕਿ ਕ੍ਰੋਨਿਕਲ ਡਿਸੀਜ਼ਸ ਦੇ ਨਾਲ ਪੀੜਤ ਸੀਗੇ। ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਝਟਕਾ ਲੱਗਾ, ਕਿਉਂਕਿ ਇੰਨੇ ਦਿਨ ਪਾਵਰ ਕੱਟ ਰਹਿਣਾ ਔਰ ਫਿਰ ਲੋਕਾਂ ਨੇ ਸੋਸ਼ਲ ਮੀਡੀਆ ਵਿੱਚ ਸੁਣਿਆ, ਬਹੁਤ ਸਾਰੇ ਲੋਕਾਂ ਨੇ ਕਿ ਸਾਨੂੰ ਜਿਹੜਾ ਹੈ ਸਾਡੀ ਇੱਕ ਕੁੜੀ ਦੀ ਕਹਾਣੀ ਸੀਗੀ, ਉਹ ਐਕਚੁਅਲੀ ਆਕਸੀਜਨ ਸਿਲੰਡਰ 'ਤੇ ਰਹਿ ਰਹੀ ਹੈ। ਫਿਰ ਉਹਨਾਂ ਨੇ ਪੋਸਟ ਪਾਈ ਸੋਸ਼ਲ ਮੀਡੀਆ ਦੇ ਉੱਤੇ ਕਿ ਲਾਈਟ ਇੰਨੇ ਦਿਨਾਂ ਤੋਂ ਚਲੇ ਗਈ ਹੈ, ਸਾਨੂੰ ਇਸ ਸਿਲੰਡਰ ਦੀ ਲੋੜ ਹੈ, ਪਲੀਜ਼ ਹੈਲਪ ਅਸ। ਔਰ ਗਵਰਨਮੈਂਟ ਨੂੰ ਉਹਨਾਂ ਨੇ ਇੱਕ ਰਿਕੁਆਇਰਮੈਂਟ ਦਿੱਤੀ ਕਿ ਸਾਨੂੰ ਜਨਰੇਟਰ ਜਿਹੜਾ ਹੈ ਉਹ ਅਰੇਂਜ ਕੀਤਾ ਜਾਵੇ। ਇੱਦਾਂ ਦੇ ਬਹੁਤ ਸਾਰੇ ਕੇਸਿਸ ਨੇ ਔਰ 70 ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ। ਇਹ ਸੀ ਯੂਐਸ ਟੂਡੇ ਜਿਹਨਾਂ ਨੇ ਵੱਖਰੀਆਂ ਹੈਡਲਾਈਨਸ ਬਣਾਈਆਂ। ਅੱਗੇ ਦੇਖਦਾ ਵਾਲ ਸਟਰੀਟ ਜਰਨਲ ਨੇ ਕੀ ਲਿਖਿਆ। ਵੈਲ, ਜੇ ਵਾਲ ਸਟਰੀਟ ਜਰਨਲ ਦੀ ਗੱਲ ਕਰੀਏ ਤਾਂ ਉਹਨੇ ਚਾਈਨਾ ਦੀ ਜਿਹੜੀ ਇੱਕ ਡਿਪਲੋਏ ਮੈਡੀਸਿਨ ਹੈ, ਵੈਕਸੀਨ ਹੈ ਜਿਹੜੀ ਕੋਰੋਨਾ ਨੂੰ ਲੈ ਕੇ, ਉਹਦੀ ਹੈਡਲਾਈਨ ਬਣਾਈ ਹੈ। ਚਾਈਨਾ ਡਿਪਲੋਇਜ਼ COVID-19 ਵੈਕਸੀਨ ਟੂ ਬਿਲਡ ਇਨਫਲੂਐਂਸ ਵਿਦ US ਔਨ ਸਾਈਡਲਾਈਨਸ। ਬੀਜਿੰਗ ਇਜ਼ ਅਸੈਂਬਲਿੰਗ ਆਫ ਚੇਨ ਆਫ airplanes, warehouse and truck to deliver refrigerator dose to the developing country world. ਲਗਾਤਾਰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਪਤਾ ਹੈ ਕਿ ਜਿਹੜਾ ਕਰੋਨਾ ਵਾਇਰਸ ਸੀਗਾ ਉਹ ਚਾਈਨਾ ਦੇ ਵੁਹਾਨ ਤੋਂ ਸ਼ੁਰੂ ਹੋਇਆ ਐਂਡ ਉਸ ਤੋਂ ਬਾਅਦ ਉਹ ਪੂਰੀ ਦੁਨੀਆ ਦੇ ਵਿੱਚ ਹਿੱਟ ਕਰਦਾ ਨਜ਼ਰ ਆਇਆ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਇੱਕ ਪਲਾਨ ਹੈ ਚਾਈਨਾ ਦਾ, ਅਮਰੀਕਾ ਵਰਗੇ ਮੁਲਕ ਦਾ ਕਹਿਣਾ ਸੀ ਇੱਕ ਤਰੀਕੇ ਦੇ ਨਾਲ ਬਾਇਓ ਵੈਪਨ ਹੈ, ਇੱਕ ਤਰੀਕੇ ਦੇ ਨਾਲ ਵੈਪਨ ਜਿਹੜਾ ਹੈ ਯੂਜ਼ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਖਿਲਾਫ ਚਾਈਨਾ ਵੱਲੋਂ। ਟਰੰਪ ਸਾਹਿਬ ਨੇ ਖੁੱਲ੍ਹੇ ਸ਼ਰੇਆਮ ਕਿਹਾ। ਹੁਣ ਜੇ ਖਬਰ ਆਉਣੀ ਇੱਕ ਤਰੀਕੇ ਦੇ ਨਾਲ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਉਹਨਾਂ ਲੋਕਾਂ ਲਈ ਜਿਹੜੇ ਇਹ ਗੱਲਾਂ ਕਰ ਰਹੇ ਸੀ। ਨਿਊ 에ਅਰਪੋਰਟ ਕਾਰਗੋ ਟਰਮੀਨਲ ਇਨ ਇਥੋਪੀਆ, ਅ ਕੈਪੀਟਲ, ਇਜ਼ ਅ center of vast supply network. China is assembling to speed delivery of its coronavirus vaccine and deepen its influence across the developing world. At one end is a soccer field sized freezer to store vials from China state controlled drug companies. At the other is a control room with a wall of a computer monitor where Chinese and Ethiopian technicians will
ਟਰੈਕ ਟੈਂਪਰੇਚਰ ਆਫ ਐਵਰੀ ਵੈਜ। ਲਗਾਤਾਰ ਇਹਨਾਂ ਨੇ ਬਹੁਤ ਸਾਰੀ ਡਿਵੈਲਪ ਕੰਟਰੀਜ਼ ਨੂੰ ਡਿਸਪੈਚ ਕਰਨਾ ਸ਼ੁਰੂ ਕਰ ਦਿੱਤੀ ਹੈ ਮੈਡੀਸਨ। ਇੱਕ ਇੰਪ੍ਰੈਸ਼ਨ ਜਿਹੜਾ ਬਿਲਡ ਹੋ ਰਿਹਾ ਡਿਵੈਲਪਿੰਗ ਕੰਟਰੀ ਦੇ ਚਾਈਨਾ ਨੂੰ ਲੈ ਕੇ। ਮੈਨੂੰ ਲੱਗਦਾ ਕਿ ਹੁਣ ਦੋ ਪਾਵਰ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਇਸ ਗੱਲੋਂ ਤਰੀਕੇ ਨਾਲ ਖਿੱਚਾਜਣੀ ਵਿੱਚ ਨੇ, ਚਾਹੇ USA ਦੀ ਗੱਲ ਕਰੀਏ, ਚਾਈਨਾ ਦੀ ਗੱਲ ਕਰੀਏ, ਕਿ ਇੰਪ੍ਰੈਸ਼ਨ ਕੌਣ ਮੇਕ ਕਰ ਰਿਹਾ ਔਰ ਦੁਨੀਆ ਦੇ ਉੱਤੇ ਸਭ ਤੋਂ ਜ਼ਿਆਦਾ ਇੰਪ੍ਰੈਸ਼ਨ ਕਿਹੜਾ ਹੈ। ਮੈਨੂੰ ਲੱਗਦਾ ਕਿ ਡਿਵੈਲਪ ਦੀ ਗੱਲ ਕੀਤੀ ਜਾਵੇ ਤਾਂ ਚਾਈਨਾ ਇੱਕ ਫੋਸਟ ਅਤੇ ਫਾਰ ਡਿਵੈਲਪ ਕੰਟਰੀ ਹੈ ਔਰ ਇਸ ਕਰਕੇ ਨया ਐਵੀਨਿਊ ਹੈ ਉਹਨਾਂ ਲੋਕਾਂ ਦੇ ਲਈ ਔਰ ਇਹ ਆਪਣਾ ਪ੍ਰੈਸ਼ਰ ਲਗਾਤਾਰ ਡਿਵੈਲਪਿੰਗ ਕੰਟਰੀ ਦੇ ਵਿੱਚ ਰੱਖਣਾ ਚਾਹੁੰਦੀ ਹੈ, ਚਾਹੇ ਉਹ ਪਾਕਿਸਤਾਨ ਹੋਵੇ, ਚਾਹੇ ਅਫਰੀਕਾ ਹੋਵੇ, ਇਥੋਪੀਆ ਹੋਵੇ, ਕਈ ਛੋਟੇ ਕੰਟਰੀਜ਼ ਦੇ। ਵੈਲ ਇਸ ਨੂੰ ਇਹਨਾਂ ਨੇ ਹੈਡਲਾਈਨ ਬਣਾਇਆ ਹੈ। ਇਸ ਤੋਂ ਇਲਾਵਾ ਜੇ ਵਾਲ ਸਟਰੀਟ ਜਰਨਲ ਦੀ ਗੱਲ ਕੀਤੀ ਜਾਵੇ ਤੇ ਬੋਇੰਗ ਰਿਕਮੈਂਡਸ ਗਰਾਊਂਡਿੰਗ ਸਮ 777 ਜੈਟਸ ਆਫਟਰ ਸਿਕਿਉਰ, ਕਿ ਜਿਹੜੀ ਇੱਕ ਤਰੀਕੇ ਦੇ ਨਾਲ 에ਅਰਲਾਈਨ ਹੈ, ਜਿਹੜਾ 에ਅਰਵੋਲ ਹੈ, ਐਵੀਏਸ਼ਨ ਟੈਕਨੋਲੋਜੀ ਹੈ, ਐਵੀਏਸ਼ਨ ਡਿਪਾਰਟਮੈਂਟ ਆਫ ਅਮਰੀਕਾ ਹੈ, ਉਹਨਾਂ ਨੇ ਬੋਇੰਗ ਜਿਹੜਾ ਹੈ ਉਹ ਇਹ ਬੋਇੰਗ 에ਅਰਕ੍ਰਾਫਟ ਜਿਹੜੇ ਨੇ ਉਹਨਾਂ ਨੂੰ ਗਰਾਊਂਡ ਕਰਨ ਦਾ ਕਿਹਾ ਹੈ, ਯਾਨੀ ਕਿ ਜਿਹੜਾ ਉਹਨਾਂ ਦਾ ਇੱਕ ਯੂਜ਼ਡ ਹੈ ਔਰ ਉਹਨੂੰ ਕਹਿਤਾ ਕਿ ਬੰਦ ਕੀਤਾ ਜਾਵੇ। ਤਦ ਤੱਕ ਸਾਨੂੰ ਕਲੀਅਰ ਕੱਟ ਪਤਾ ਨਹੀਂ ਲੱਗ ਰਿਹਾ ਕਿ ਉਹਦੇ ਵਿੱਚ ਕੀ ਕਮੀ ਹੈ, ਕਿਉਂ ਉਸ ਨੂੰ ਅੱਗ ਲੱਗ ਰਹੀ ਹੈ, ਕੀ ਉਹਦੇ ਵਿੱਚ ਘਾਟ ਹੈ। ਵੈਲ ਜਿਸ ਮੈਂ ਹੈਡਲਾਈਨ ਦੀ ਗੱਲ ਕਰਾਂ ਤਾਂ ਇਹਨਾਂ ਨੇ ਬਹੁਤ ਕੁਝ ਲਿਖਿਆ ਹੈ ਇਸ ਪੂਰੀ ਸਟੋਰੀ ਦੇ ਵਿੱਚ। ਲਿਖ ਰਹੇ ਨੇ ਬੋਇੰਗ ਕਾਰਪੋਰੇਸ਼ਨ ਔਨ ਸੰਡੇ ਟੋਲਡ 에ਅਰਲਾਈਨ ਟੂ ਸਟਾਪ ਫਲਾਈਂਗ ਇਟਸ ਵਾਈਡ body 777 aircraft equipped with a type of engine that broke apart during a flight over the weekend near Denver। ਉਸ ਤੋਂ ਬਾਅਦ ਇਹ ਘਟਨਾ ਜਿਹੜੀ ਹੈ ਡੈਨਵਰ ਤੋਂ ਬਾਅਦ ਇਹ ਘਟਨਾ ਜਿਹੜੀ ਲਗਾਤਾਰ ਸੁਰਖੀਆਂ ਦੇ ਵਿੱਚ ਹੈ, ਲਗਾਤਾਰ ਹੈਡਲਾਈਨ ਬਣਦੀ ਆ ਰਹੀ ਹੈ ਔਰ ਹਰ ਕੋਈ ਕਹਿ ਰਿਹਾ ਸੀ ਕਿ ਬੋਇੰਗ ਜਿਹੜੀ ਹੈ ਉਹਨਾਂ ਨੂੰ ਇਹ ਡਿਸਕੰਟੀਨਿਊਟ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਇੱਕ ਮੋਰਲ ਡਿਸੀਜਨ ਹੈ, ਇੱਕ ਮੋਰਲ ਰਿਸਪੌਂਸਿਬਿਲਿਟੀ ਦਿਖਾਉਂਦਿਆਂ ਹੋਇਆਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਉਹ ਡਿਸਕੰਟੀਨਿਊ ਕਰਨਗੇ ਜਦ ਤੱਕ ਇਨਕੁਆਇਰੀ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਜਾਂਦੀ। ਵੈਲ ਇਸ ਵਾਲ ਸਟਰੀਟ ਜਰਨਲ ਤੇ ਅੱਗੇ ਵਧਣਾ ਦੇਖਦਾ ਨਿਊਯਾਰਕ ਟਾਈਮ ਨੇ ਕੀ ਲਿਖਿਆ ਹੈ। ਨਿਊਯਾਰਕ ਟਾਈਮਜ਼ ਲਗਾਤਾਰ ਟੈਕਸਸ ਦੀ ਜਿਹੜੀ ਐਸੋਸੀਏਸ਼ਨ ਹੈ ਉਹਨੂੰ ਕਵਰ ਕਰਦਾ ਆ ਰਿਹਾ ਤੇ ਅੱਜ ਵੀ ਜਿਹੜੀ ਉਹਨਾਂ ਦੀ ਹੈਡਲਾਈਨ ਹੈ ਉਹ ਟੈਕਸਸ ਨੂੰ ਲੈ ਕੇ ਲਿਖਿਆ ਹੈ ਕਿ ਹਾਊ ਟੈਕਸਸ ਡਰਾਈਵ ਫॉर એનર્ਜੀ ਇੰਡੀਪੈਂਡੈਂਸ ਸੈਟ ਇਟ ਅਪ ਫॉर ਡਿਜ਼ਾਸਟਰ। ਡੋਮੀਨੈਂਸ ਆਫ ਦ એનર્ਜੀ ਇੰਡਸਟਰੀ ਐਂਡ ਦ ਸਟੇਟਸ ਰਿਪਬਲਿਕਨ ਆਫ ਟੈਕਸਸ ethos become a huge liability when energy stop flowing to million of residents। ਸੈਕਿੰਡ ਜਿਹੜਾ ਇਹਨਾਂ ਨੇ ਹੈਡਿੰਗ ਬਣਾਇਆ ਉਹ ਲਿਖਿਆ ਹੈ the near collapse of Texas electrical grid can be traced in a part to sit its decision in 1999 to embark on extensive experiment in electrical ਡੀਰੈਗੂਲੇਸ਼ਨਸ। ਵੈਲ ਟੈਕਸਸ ਬਹੁਤ ਜ਼ਿਆਦਾ ਇੱਕ ਤਰੀਕੇ ਨਾਲ ਉਹਨਾਂ ਨੂੰ ਅੱਗ ਬਾਲ ਕੇ ਸਹਿਣਾ ਪਿਆ, ਪਾਣੀ ਜਿਹੜਾ ਸੀਗਾ ਉਹ ਇਹ ਕਹਿ ਲਓ ਕਿ ਜੰਮ ਗਿਆ ਸੀਗਾ, ਬਹੁਤ ਜ਼ਿਆਦਾ ਉਹਨਾਂ ਨੇ ਵੱਡੇ ਦਿਨ ਦੇਖੇ ਨੇ, ਬਹੁਤ ਔਖੇ ਦਿਨ ਦੇਖੇ ਨੇ ਔਰ ਫਿਲਹਾਲ ਇਹ ਇੱਕ ਚੰਗੀ ਖਬਰ ਹੈ ਟੈਕਸਸ ਵਾਲਿਆਂ ਲਈ ਕਿ ਉਹਨਾਂ ਨੂੰ ਦੁਬਾਰਾ ਤੋਂ ਇਸ ਡਿਜ਼ਾਸਟਰ ਤੋਂ ਉੱਠਣ ਦਾ ਮੌਕਾ ਮਿਲਿਆ, ਇਲੈਕਟ੍ਰਿਸਿਟੀ ਰੀਸਟੋਰ ਹੋ ਗਈ ਹੈ ਔਰ ਲਾਈਫ ਜਿਹੜੀ ਆ ਉਹ ਨੋਰਮਲ 'ਤੇ ਆ ਚੁੱਕੀ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਵਾਸ਼ਿੰਗਟਨ ਪੋਸਟ ਦੀ ਤਾਂ ਵਾਸ਼ਿੰਗਟਨ ਪੋਸਟ ਨੇ US ਕੋਵਿਡ ਡੈਥ ਨੂੰ ਲੈ ਕੇ ਆਪਣੀ ਹੈਡਲਾਈਨ ਬਣਾਈ ਹੈ। US ਕੋਵਿਡ ਡੈਥ ਟੋਲ ਨੀਅਰ 5 ਲੱਖ। ਇੱਕ ਬਹੁਤ ਵੱਡੀ ਨਿਊਜ਼ ਹੈ। ਇਹਨਾਂ ਨੇ ਲਿਖਿਆ ਕਿ ਇਫ 5 ਲੱਖ ਪੈਸੇਂਜਰਸ ਟਰੈਵਲ ਬਾਏ ਬੱਸ ਦਾ ਕਾਰਵਾਂ ਵੁੱਡ ਸਟ੍ਰੈਚ 90.7 ਮਾਈਲਸ, ਯਾਨੀ ਕਿ 94.7 ਮਾਈਲ, 94.7 ਮਾਈਲਸ। ਇੰਨੇ ਲੋਕ ਜਿਹੜੇ ਨੇ ਹੁਣ ਤੱਕ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਗਵਾ ਚੁੱਕੇ ਨੇ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਰਿਲੇਟਿਵਲੀ ਫਿਊ ਚਿਲਡਰਨ ਡਾਈ ਆਫ COVID-19 ਬਟ ਈਚ ਡੈਥ ਰਿਪਰੈਜ਼ੈਂਟਸ ਟਰਾਮਾ ਡਿਪੈਂਡਸ। ਇਹ ਕਿਹਾ ਜਾ ਰਿਹਾ ਕਿ ਕਰੋਨਾ ਨਾਲ ਇੰਨੀ ਡੈਥ ਨਹੀਂ ਹੋਈ ਜਿੰਨੀ ਕਿ ਟਰਾਮਾ ਦੇ ਨਾਲ ਹੈ ਔਰ ਡਿਪਰੈਸ਼ਨ ਦੇ ਨਾਲ ਹੈ, ਐਂਜ਼ਾਈਟੀ ਦੇ ਨਾਲ ਜਿਹੜੀ ਡੈਥ ਹੋ ਚੁੱਕੀ ਹੈ ਅਮਰੀਕਾ ਦੇ ਵਿੱਚ। ਜੇ ਇਸ ਖਬਰ ਨੂੰ ਮੈਂ ਪੂਰੀ ਤਰ੍ਹਾਂ ਦੇਖਾਂ ਤਾਂ ਯੰਗੈਸਟ ਵਿਕਟਮ ਆਫ ਨੈਸ਼ਨਲ ਕਲੈਮਿਟੀ ਐਂਡ ਦ ਪੀਪਲ ਦੇ ਲੈਫਟ ਬਿਹਾਈਂਡ, ਇਸ ਨੂੰ ਇਹਨਾਂ ਨੇ ਡਿਟੇਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਵੈਲ ਇਹ ਸੀ ਅਮਰੀਕਨ ਨੈਸ਼ਨਲ ਨਿਊਜ਼ਪੇਪਰ ਜਿਹੜੇ ਕਿ ਕੋਰੋਨਾ ਬਾਰੇ ਗੱਲ ਕਰ ਰਹੇ ਨੇ, US ਪ੍ਰੈਜ਼ੀਡੈਂਟ ਬਾਰੇ ਗੱਲ ਕਰ ਰਹੇ ਨੇ, ਐਕਸ ਪ੍ਰੈਜ਼ੀਡੈਂਟ ਬਾਰੇ ਗੱਲ ਕਰ ਰਹੇ ਨੇ ਔਰ ਟੈਕਸਸ ਬਾਰੇ ਗੱਲ ਕਰ ਰਹੇ ਨੇ। ਅੱਗੇ ਬਾਤਾਂ ਦੇਖਦਾ ਕਿ ਇੰਡੀਅਨ ਨਿਊਜ਼ਪੇਪਰ ਜਿਹੜੇ ਨੇ, ਇੰਡੀਅਨ ਨੈਸ਼ਨਲ ਨਿਊਜ਼ਪੇਪਰ ਨੇ, ਉਹ ਕੀ ਲਿਖ ਰਹੇ ਨੇ। ਸਭ ਤੋਂ ਪਹਿਲਾਂ ਇੰਗਲਿਸ਼ ਟ੍ਰਿਬਿਊਨ। ਜੇ ਇੰਗਲਿਸ਼ ਟ੍ਰਿਬਿਊਨ ਦੀ ਗੱਲ ਕੀਤੀ ਜਾਵੇ ਤਾਂ ਇੰਗਲਿਸ਼ ਟ੍ਰਿਬਿਊਨ ਨੇ ਜਿਹੜੀ ਬਰਨਾਲੇ ਦੇ ਵਿੱਚ ਰੈਲੀ ਹੋਈ ਹੈ ਉਸ ਨੂੰ ਆਪਣੇ ਫਰੰਟ ਪੇਜ ਦੇ ਉੱਤੇ ਉਹਦੀ ਫੋਟੋ ਸੈੱਟ ਕਰਕੇ ਲਿਖਿਆ ਹੈ BJP ਰੈਜ਼ੋਲੂਸ਼ਨ ਲਾਰਡਸ ਐਗਰੀ ਰਿਫਾਰਮਸ। ਉਹਨਾਂ ਨੇ ਕਿਹਾ ਹੈ ਕਿ ਮੈਸਿਵ ਫਾਰਮ ਰੈਲੀ ਇਨ ਬਰਨਾਲਾ, ਇਟਸ ਫਾਈਟ ਫॉर ਲਾਈਵਲੀਹੁੱਡ ਅਕ੍ਰੋਸ ਇੰਡੀਆ ਉਗਰਾਹਾਂ। ਜਿਹੜੇ ਕਿ ਇੱਕ ਸੰਯੁਕਤ ਮੋਰਚੇ ਦੇ ਮੈਂਬਰ ਨੇ, ਕਿਸਾਨ ਜਥੇਬੰਦੀ ਦੇ ਮੈਂਬਰ ਵੀ ਨੇ, ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਲਗਾਤਾਰ ਲੜਾਂਗੇ, ਅਸੀਂ ਅੱਗੇ ਵਧਾਂਗੇ ਔਰ ਅੱਗੇ ਵੱਧ ਕੇ ਜਿਹੜਾ ਆਪਣੇ ਜੀਵਨ ਦੀ ਜਿਹੜੀ ਇੱਕ ਸੰਘਰਸ਼ ਹੈ ਉਹਨੂੰ ਜਾਰੀ ਰੱਖਾਂਗੇ। ਜੋ ਮੈਂ ਇਸ ਹੈਡਲਾਈਨ ਨੂੰ ਪੜ੍ਹਾਂ ਤੇ ਲਿਖਿਆ ਹੈ, ਔਨ ਅ ਡੇ ਦਾ BJP ਐਂਡ ਇਟਸ ਫਸਟ ਮੀਟਿੰਗ ਆਫ ਨਿਊ ਆਫਿਸ ਬੇਅਰਸ passed resolution thanking the PM for reform in agriculture sector. Farm unions held a massive rally in Barnala on Sunday and clear indication that the farm state has not lost steam and that protesters are prepared for long haul.
ਬਹੁਤ ਸਾਰੇ ਕਿਹਾ ਜਾ ਰਿਹਾ ਸੀ ਕਿ ਇਹ ਥੱਕ ਕੇ ਚਲੇ ਜਾਣਗੇ, ਪਰ ਇਹ ਕਲੀਅਰ ਹੋ ਗਿਆ ਬਰਨਾਲਾ ਦੀ ਰੈਲੀ ਤੋਂ ਕਿ ਇਹ ਅਜੇ ਵੀ ਲੜਨਗੇ ਔਰ ਲੰਬਾ ਸਮਾਂ ਚੱਲੇਗਾ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤੇ ਕਰੋਨਾ ਨੂੰ ਲੈ ਕੇ ਇਹਨਾਂ ਨੇ ਹੈਡਲਾਈਨ ਬਣਾਈ ਹੈ, ਲਿਖਿਆ ਹੈ ਕਿ ਸਟੈਪ ਅਪ ਟੈਸਟਿੰਗ, ਲੁੱਕ ਫॉर म्यूटेंट। With the Indian active COVID-19 case load creeping slowly, the center today wrote to the six infection contributing states asking them to heighten surveillance in cluster, test more and look for potential mutants। ਕਿਤੇ ਨਾ ਕਿਤੇ ਮਹਾਰਾਸ਼ਟਰ ਨੂੰ ਲਿਖਿਆ ਹੈ, ਪੰਜਾਬ ਨੂੰ ਲਿਖਿਆ ਹੈ, ਮੱਧ ਪ੍ਰਦੇਸ਼ ਨੂੰ ਲਿਖਿਆ ਹੈ ਕਿ ਉਹ ਜਿਹੜੇ ਨਵੇਂ ਮਿਊਟੈਂਟ ਆ ਰਹੇ ਨੇ ਉਹਨਾਂ ਦਾ ਧਿਆਨ ਰੱਖਣ, ਟੈਸਟਿੰਗ ਜਿਹੜੀ ਹੈ ਉਹ ਵਧਾਈ ਜਾਵੇ। ਇਸ ਨੂੰ ਇਹਨਾਂ ਨੇ ਹੈਡਲਾਈਨ ਬਣਾਇਆ ਹੈ। ਇਸ ਤੋਂ ਇਲਾਵਾ ਜੇ ਪੰਜਾਬੀ ਟ੍ਰਿਬਿਊਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਟ੍ਰਿਬਿਊਨ ਨੇ ਲਿਖਿਆ ਹੈ ਕਿ ਸਬਰ ਸਦਕ ਨਾਲ ਸੰਘਰਸ਼ ਜਿੱਤਣ ਦਾ ਅਹਿਦ। ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਨੇ ਚੁੱਲ੍ਹਾ ਚੌਂਕਾ ਛੱਡ ਕੇ ਰੈਲੀ 'ਚ ਕੀਤੀ ਸ਼ਿਰਕਤ। ਬਰਨਾਲੇ ਦੀ ਰੈਲੀ ਦੀ ਗੱਲ ਕੀਤੀ ਹੈ, ਲਿਖਿਆ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦਿੱਲੀ ਮੋਰਚੇ ਤੇ ਮਹਿਲਾ ਸ਼ਕਤੀ ਦਾ ਮੁਜ਼ਾਹਰਾ ਕਰਨ ਦਾ ਐਲਾਨ। ਕਿਸਾਨ ਰਿਹਾਅ ਅਤੇ ਕੇਸ ਰੱਦ ਹੋਣਗੇ। ਇਹ ਉਗਰਾਹਾਂ ਨੇ ਕਿਹਾ ਹੈ ਕਿ ਸੰਯੁਕਤ ਜਿਹੜਾ ਸੰਘਰਸ਼ ਹੈ ਇਹ ਚੱਲਦਾ ਰਹੇਗਾ। ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਇਸੇ ਮਤਲਬ ਪੰਜਾਬੀ ਟ੍ਰਿਬਿਊਨ ਦੇ ਵਿੱਚ ਤੇਲ ਕੀਮਤਾਂ ਦੇ ਵਾਧੇ ਖਿਲਾਫ ਸੋਨੀਆ ਵੱਲੋਂ ਮੋਦੀ ਨੂੰ ਪੱਤਰ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੱਲ੍ਹ ਲਗਾਤਾਰ ਵੱਧ ਰਹੀਆਂ ਤੇਲ ਕੀਮਤਾਂ ਤੇ ਗੈਸ ਕੀਮਤਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਕਾਂਗਰਸ ਮੁਖੀ ਨੇ ਦੋਸ਼ ਲਾਇਆ ਕਿ ਸਰਕਾਰ ਲੋਕਾਂ ਤੇ ਕਸ਼ਟ ਵਿੱਚੋਂ ਮੁਨਾਫਾ ਕਮਾ ਰਹੀ ਹੈ। ਸੋਨੀਆ ਨੇ ਕੀਮਤਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ। ਮੋਦੀ ਦੇ ਨਾਂ 'ਤੇ ਲਿਖੇ ਪੱਤਰ ਵਿੱਚ ਸੋਨੀਆ ਨੇ ਕਿਹਾ ਕਿ ਜੀਡੀਪੀ ਮੁੱਦੇ ਮੁੱਢ ਡਿੱਗ ਪਈ ਹੈ, ਗੈਸ, ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ। ਐਕਚੁਅਲ 'ਚ ਰਿਐਲਿਟੀ ਇਹ ਹੀ ਹੈ, ਮੈਨੂੰ ਲੱਗਦਾ ਕਿ ਓਪੋਜੀਸ਼ਨ ਕਦੇ ਕੋਈ ਕੰਮ ਨਹੀਂ ਕਰ ਰਿਹਾ, ਓਪੋਜੀਸ਼ਨ ਇੰਨਾ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਪੂਰਬੀ ਲਦਾਖ ਤੋਂ ਸੈਨਾਵਾਂ ਦਾ ਵਾਪਸ ਸੱਦਣ ਦੀ ਕਾਰਵਾਈ ਮੁਕੰਮਲ। ਰਾਜਨਾਥ ਹੋਣਾ ਦੀ ਇੱਕ ਸਟੇਟਮੈਂਟ ਜਿਹੜੀ ਹੈ ਉਹਨੂੰ ਇਹਨਾਂ ਨੇ ਹੈਡਲਾਈਨ ਬਣਾਇਆ ਹੈ। ਭਾਰਤ ਅਤੇ ਚੀਨੀ ਫੌਜ ਅਧਿਕਾਰੀਆਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ 16 ਘੰਟੇ ਚੱਲੀ। ਰੱਖਿਆ ਮੰਤਰੀ ਨੇ ਕਾਂਗਰਸ ਤੇ ਸਾਧਿਆ ਨਿਸ਼ਾਨਿਆਂ। ਜਿਵੇਂ ਇਸ ਖਬਰ ਨੂੰ ਮੈਂ ਪੜ੍ਹਾ ਥੋੜ੍ਹਾ ਜਿਹਾ ਤਾਂ ਲਿਖਿਆ ਹੈ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪੂਰਬੀ ਲਦਾਖ ਵਿੱਚ ਭਾਰਤ ਤੇ ਚੀਨ ਨੇ ਆਪਣੀਆਂ ਸੈਨਾਵਾਂ ਨੂੰ ਵਾਪਸ ਸੱਦਣ ਦੀ ਕਾਰਵਾਈ ਮੁਕੰਮਲ ਕਰ ਲਈ ਹੈ। ਰੱਖਿਆ ਮੰਤਰੀ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਹੋਇਆ ਕਿਹਾ ਕਿ ਵਿਰੋਧੀ ਧਿਰ ਭਾਰਤੀ ਸੈਨਿਕਾਂ ਦੀ ਬਹਾਦਰੀ ਉੱਤੇ ਸ਼ੱਕ ਕਰ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੜ ਕਾਰਵਾਈ ਦੀ ਇਜਾਜ਼ਤ ਬਿਲਕੁਲ ਨਹੀਂ ਦੇਵੇਗਾ। ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਦੇਸ਼ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹੈ। ਸੋ ਇਹ ਇੱਕ ਹੈਡਲਾਈਨ ਹੈ। ਇਸ ਤੋਂ ਇਲਾਵਾ ਜੇ ਮੈਂ ਅੱਗੇ ਵਧਾਂ ਤਾਂ ਦੇਖਾਂ ਨਵਾਂ ਜ਼ਮਾਨਾ ਨੇ ਕਿਹੜੀ ਹੈਡਲਾਈਨ ਬਣਾਈ ਹੈ। ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਨਵਾਂ ਜ਼ਮਾਨਾ ਜਿਹੜਾ ਹੈ ਉਹਦੀ ਹੈਡਲਾਈਨ ਜਿਹੜੀ ਹੈ ਬਹੁਤ ਖੂਬਸੂਰਤ ਹੁੰਦੀ ਹੈ। ਅੱਜ ਮੈਂ ਜਿਹੜੀ ਹੈਡਲਾਈਨ ਪੜ੍ਹਾ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਲਿਖੀ ਹੋਈ ਹੈ। ਲਿਖ ਰਿਹਾ ਨੇ, ਇੰਨਾ ਮੁਲਕ ਨਹੀਂ ਦੇਖਿਆ ਕਦੇ, ਇੰਨਾ ਮੁਲਕ ਅਸੀਂ ਕਦੇ ਨਹੀਂ ਦੇਖਿਆ। ਇਹ ਹੈ ਬਰਨਾਲੇ ਦੀ ਰੈਲੀ ਦਾ ਨਜ਼ਾਰਾ। ਐਤਵਾਰ ਇੱਥੇ ਬੇਮਿਸਾਲ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਹੋਈ ਹੈ। ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰ ਪਿੰਡਾਂ ਵਿੱਚੋਂ 10 ਕਿਸਾਨਾਂ ਦਾ ਜੱਥਾ ਦਿੱਲੀ ਜਾਵੇ। ਦਿੱਲੀ ਗਏ ਕਿਸਾਨਾਂ ਦਾ ਕੰਮ ਪਿੰਡਾਂ ਦੇ ਕਿਸਾਨ ਕਰਨ। ਦਿੱਲੀ ਪੁਲਿਸ ਵੱਲੋਂ ਜਿਨ੍ਹਾਂ ਕਿਸਾਨਾਂ ਤੇ ਕੇਸ ਦਰਜ ਕੀਤੇ ਹਨ ਉਹਨਾਂ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਉਹਨਾਂ ਲਈ ਜਿਹੜੇ ਕੇਸ ਨੇ ਉਹ ਸੰਯੁਕਤ ਮੋਰਚਾ ਲੜੇਗਾ। ਇਸ ਤੋਂ ਇਲਾਵਾ ਜਿਹੜਾ ਹੈ ਇਸ ਵਿੱਚ ਬਹੁਤ ਡਿਟੇਲ ਦਿੱਤੀ ਹੈ। ਲਿਖਿਆ ਕਿ ਕੋਈ ਕਿਸਾਨ ਪੁਲਿਸ ਅੱਗੇ ਪੇਸ਼ ਨਾ ਹੋਵੇ ਤੇ ਪੰਜਾਬ ਦੇ ਪਿੰਡਾਂ 'ਚ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਆਈ ਪੁਲਿਸ ਦਾ ਘਿਰਾਓ ਕੀਤਾ ਜਾਵੇ। ਇੱਕ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਤਾਰ ਪਿਟੋ ਕਰਨ ਦੇ ਲਈ ਨਵੀਆਂ ਜਿਹੜੀਆਂ ਮੁਸ਼ਕਿਲਾਂ, ਜਿਹੜੀਆਂ ਨਵੀਆਂ ਔਕੜਾਂ ਕੱਢ ਰਹੀ ਹੈ ਸਰਕਾਰ, ਪਰ ਫਿਰ ਵੀ ਜਿਹੜਾ ਲਗਾਤਾਰ ਸੰਘਰਸ਼ ਜਿਹੜਾ ਉਹ ਚਾਲੂ ਹੈ। ਮੋਦੀ ਸਰਕਾਰ ਅੰਤ ਨੂੰ ਝੁਕੇਗੀ, ਕਿਸਾਨ ਲੜਾਈ ਜਿੱਤ ਕੇ ਹੀ ਦਮ ਲੈਣਗੇ ਅਰਸ਼ੀ। ਟਿਕਰੀ ਬਾਰਡਰ ਤੋਂ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਿਸਾਨ ਸਭਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਇਹ ਗੱਲ ਕਹੀ ਹੈ। ਸੋ ਇਹ ਸੀ ਅੱਜ ਦਾ ਅਖਬਾਰਨਾਮਾ। ਵੱਖਰੀਆਂ ਅਖਬਾਰਾਂ ਕੀ ਕਹਿ ਰਹੀਆਂ ਸੀ। ਮੈਂ ਲਗਾਤਾਰ ਤੁਹਾਡੇ ਲਈ ਖਬਰਾਂ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।